Morning, students. So now let us continue with Act 2, Scene 9 of The Merchant of Venice. So now the in the last scene, we were listening to what Salarino and Selenio were saying to each other. So they were discussing the elopement of Jessica, and they were also talking about how Antonio parted from Bassanio. So now Bassanio is headed towards Belmont, and since it is quite at a distance, so it will take him some time to reach there. So in the meantime, now the scene will shift to Belmont, where another person will try his fortune. ਜਿੱਥੇ ਕਿ ਹੁਣ ਸੀਨ ਕਿੱਥੇ ਜਾਏਗਾ? ਬੈਲਮੰਟ, ਜਿੱਥੇ ਕਿ ਇੱਕ ਹੋਰ ਜਿਹੜਾ ਸੂਟਰ ਹੈ, suitor is a person who is desirous of getting married to a particular woman. So this suitor will try his luck. So ਹੁਣ ਇੱਕ ਹੋਰ ਵਿਅਕਤੀ ਆਊਗਾ ਜਿਹੜਾ ਕਿ ਆਪਣਾ ਹੱਥ ਅਜ਼ਮਾਏਗਾ, ਆਪਣੀ ਕਿਸਮਤ ਅਜ਼ਮਾਏਗਾ ਯਾਰ ਕਿੱਥੇ he wants to get married to Portia. So now Prince of Aragon will come. ਸੋ ਹੁਣ ਇੱਕ ਹੋਰ ਪਹਿਲਾਂ ਇੱਕ ਆਪਾਂ ਦੇਖਿਆ ਸੀ ਕੌਣ ਸੀ? ਦ ਪ੍ਰਿੰਸ ਆਫ ਮੋਰੋਕੋ. ਸੋ ਹੀ ਫੇਲਡ ਟੂ ਮੇਕ ਦ ਰਾਈਟ ਚੋਇਸ ਐਂਡ ਹੀ ਹੈਡ ਟੂ ਗੋ ਫਰੋਮ ਦੇਅਰ ਐਂਡ ਨਾਓ ਅਨਦਰ ਸੂਟਰ ਵਿਲ ਕਮ. ਸੋ ਅਸੀਂ ਇੱਥੇ ਦੇਖਾਂਗੇ ਕਿ ਪ੍ਰਿੰਸ ਆਫ ਐਰਾਗੋਨ ਜਿਹੜਾ ਹੈ ਹੀ ਵਿਲ ਚੂਜ਼ ਅ ਕਾਸਕਟ ਐਂਡ ਹੀ ਵਿਲ ਆਲਸੋ ਫੇਲ. ਸੋ ਦੇਖੋ ਇਹਨੂੰ ਹੁਣ ਸੀਨ 9 ਬੈਲਮੰਟ, ਅ ਰੂਮ ਇਨ ਪੋਰਸ਼ੀਆਜ਼ ਹਾਊਸ. ਸੋ ਨਾਓ ਦ ਸੀਨ ਸ਼ਿਫਟਸ ਟੂ ਬੈਲਮੰਟ. ਸੋ ਦੋ ਜਗ੍ਹਾ ਹੀ ਹੈਗੀਆਂ ਮੇਨ ਜਿੱਥੇ ਕਿ ਜਿਹੜੇ ਪਲੇ ਹੈਗਾ ਉਹ ਦ ਐਕਸ਼ਨ ਹੈਪਨਸ ਐਟ ਟੂ ਪਲੇਸਿਸ ਓਨਲੀ. ਕਿਹੜੀਆਂ? ਵੈਨਿਸ ਅਤੇ ਬੈਲਮੰਟ. ਸੋ ਹੁਣ ਪਿਛਲੇ ਸੀਨ 'ਚ ਆਪਾਂ ਵੈਨਿਸ ਵਿੱਚ ਸੀਗੇ, ਹੁਣ ਆਪਾਂ ਕਿੱਥੇ ਪਹੁੰਚ ਗਏ? ਬੈਲਮੰਟ ਦੇ ਵਿੱਚ. ਸੋ ਸੀਨ 9 ਬੈਲਮੰਟ, ਅ ਰੂਮ ਇਨ ਪੋਰਸ਼ੀਆਜ਼ ਹਾਊਸ, ਐਂਟਰ ਨਰੀਜ਼ਾ ਵਿਦ ਅ ਸਰਵੈਂਟ. ਸੋ ਨਰੀਜ਼ਾ ਆਉਂਦੀ ਹੈ ਐਂਡ there is a servant with her. Nariza, quick I pray thee. So Nariza ਕੀ ਕਹਿੰਦੀ ਹੈ ਕਿ ਜਲਦੀ ਕਰੋ. I pray you. So thee means you. Draw the curtain straight, ਕਿ ਪਰਦਾ ਕਰ ਦੋ ਕਿਹਨਾਂ ਦੇ ਅੱਗੇ? ਜਿਹੜੇ ਕਾਸਕੇਟਸ ਪਏ ਹੈ, ਜਿਹੜੇ ਬਾਕਸਿਸ ਪਏ ਹੈ. The Prince of Aragon hath taken his oath. ਕਿ ਹੁਣ ਜਿਹੜਾ ਪ੍ਰਿੰਸ ਆਫ ਐਰਾਗਨ ਹੈ ਉਹ ਇੱਥੇ ਪਹੁੰਚਣ ਹੀ ਵਾਲਾ ਹੈ, ਅਤੇ ਪਹੁੰਚਣ ਇੱਥੇ ਤੁਰਨ ਤੋਂ ਪਹਿਲਾਂ ਉਹਨੇ ਕੀ ਖਾਧੀ ਹੈ? ਉਹਨੇ ਸੌਗੰਧ ਚੱਕੀ ਹੈ, ਉਹਨੇ ਸਹੁੰ ਚੱਕੀ ਹੈਗੀ. ਸੋ ਜਿਹੜੇ ਵੀ ਸੂਟਰਸ ਆਉਂਦੇ ਆ ਦੇ ਹੈਵ ਟੂ ਟੇਕ ਓਥ, ਕਲੀਅਰ, ਔਰ ਸੌਗੰਧ ਖਾਂਦੇ ਹੈ. ਦ ਪ੍ਰਿੰਸ ਆਫ ਐਰਾਗਨ ਹੈਥ ਮੀਨਸ ਹੈਜ਼ ਟੇਕਨ ਹਿਜ਼ ਓਥ ਐਂਡ ਕਮਸ ਟੂ ਹਿਜ਼ ਇਲੈਕਸ਼ਨ ਪ੍ਰੈਜ਼ੈਂਟਲੀ. ਔਰ ਉਹ ਹੁਣ ਆਪਣੀ ਚੋਇਸ ਕਰਨ ਆ ਰਹੇ ਹੈ. ਪ੍ਰਿੰਸ ਆਫ ਐਰਾਗਨ, ਫਲਰਿਸ਼ ਆਫ ਕੋਰਨੈਟਸ. ਸੋ ਫਿਰ ਟਰੰਪਟਸ ਵੱਜਦੇ ਹੈ, ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ. ਜਦੋਂ ਵੀ ਕਿਸੇ ਸਮ VIP has entered, then those cornets are blown, trumpets are blown to announce the arrival of a very important person. Enter the Prince of Aragon, Portia and their trains. ਸੋ ਫਿਰ ਹੁਣ ਸਟੇਜ 'ਤੇ ਕੌਣ ਆਏਗਾ? ਪ੍ਰਿੰਸ ਆਫ ਐਰਾਗਨ, ਪੋਰਸ਼ੀਆ ਅਤੇ ਉਹਨਾਂ ਦੇ ਨੌਕਰ, ਉਹਨਾਂ ਦੇ ਜਿਹੜੇ ਨਾਲ ਉਹਨਾਂ ਦੇ ਲੋਕ ਹੈਗੇ, ਬੰਦੇ ਹੈ ਜਿਹੜੇ, ਉਹ ਦੇ ਵਿਲ ਐਂਟਰ ਪੋਰਸ਼ੀਆ. ਬਿਹੋਲਡ. ਸੋ ਫਿਰ ਪੋਰਸ਼ੀਆ ਪ੍ਰਿੰਸ ਆਫ ਐਰਾਗਨ ਨੂੰ ਕੀ ਕਹਿੰਦੀ ਹੈ ਕਿ ਲੁੱਕ, ਬਿਹੋਲਡ ਦੇਅਰ ਸਟੈਂਡ ਦ ਕਾਸਕੇਟਸ ਨੋਬਲ ਪ੍ਰਿੰਸ. ਸੋ ਕੀ ਕਹਿੰਦੀ ਹੈ ਕਿ ਦੇਖੋ ਇਹ ਸਾਰੇ ਕਾਸਕੇਟਸ ਪਏ ਹੈ. ਸੋ 3 ਕਾਸਕੇਟਸ ਆਰ ਦੇਅਰ, 3 ਬਾਕਸਿਸ ਆਰ ਦੇਅਰ. ਸੋ ਦੇਅਰ ਸਟੈਂਡ ਦ ਕਾਸਕੇਟਸ ਨੋਬਲ ਪ੍ਰਿੰਸ. ਸੋ ਕੀ ਕਹਿੰਦੀ ਹੈ ਕਿ ਉਹਨੂੰ ਰਾਜਕੁਮਾਰ, ਨੋਬਲ ਪ੍ਰਿੰਸ, ਜਿਹੜਾ ਕਿ ਬਹੁਤ ਹੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦਾ, ਐਂਡ ਹੀ ਇਜ਼ ਅ ਨੋਬਲ ਮੈਨ. ਇਫ ਯੂ ਚੂਜ਼ ਦੈਟ ਵੇਅਰ ਇਨ ਆਈ ਐਮ ਕੰਟੇਨਡ, ਸਟ੍ਰੇਟ ਸ਼ੈਲ ਆਵਰ ਨਪਸ਼ੀਅਲ ਰਾਈਟਸ ਬੀ ਸੋਲਮਨਾਈਜ਼ਡ. ਸੋ ਕੀ ਕਹਿੰਦੀ ਹੈ ਕਿ ਜੇ ਸਪੋਜ਼ if you choose that casket where my picture is contained. So if you choose the right casket that contains my picture, then straight shall our nuptial rights be solemnized. ਫਿਰ ਕੀ ਹੋਊਗਾ? ਉਸੇ ਵੇਲੇ ਸਾਡੀ ਮੈਰਿਜ ਹੋ ਜਾਏਗੀ ਜੇ ਤੁਸੀਂ ਇਫ ਯੂ ਚੂਜ਼ ਦ ਰਾਈਟ ਕਾਸਕੇਟ. ਸੋ ਉਹਨੂੰ ਪ੍ਰੋਸੀਜਰ ਸਮਝਾ ਰਹੀ ਹੈ ਕਿ ਜੇ ਤੂੰ ਸਹੀ ਕਾਸਕੇਟ ਚੁਣ ਲਿਆ
ਜਿਹਦੇ ਵਿੱਚ ਮੇਰੀ ਤਸਵੀਰ ਹੈ। ਫਿਰ ਕੀ ਹੋਏਗਾ, ਦੈਨ ਆਵਰ ਮੈਰਿਜ ਵਿਲ ਬੀ ਸੋਲਮਨਾਈਜ਼ਡ ਇਮੀਡੀਏਟਲੀ, ਕਿ ਸਾਡੀ ਸ਼ਾਦੀ ਉਸੇ ਵੇਲੇ ਹੋ ਜਾਏਗੀ। ਬਟ ਇਫ ਯੂ ਫੇਲ, ਪਰ ਉਹਨੂੰ ਨਾਲ ਸ਼ਰਤਾਂ ਦੱਸ ਰਹੀ ਹੈ, ਬਟ ਇਫ ਯੂ ਫੇਲ ਵਿਦਾਊਟ ਮੋਰ ਸਪੀਚ, ਫਿਰ ਬਿਨਾਂ ਕੁਛ ਕਹੇ, ਵਿਦਾਊਟ ਮੋਰ ਸਪੀਚ ਤੈਨੂੰ ਇੱਥੋਂ ਜਾਣਾ ਪਏਗਾ। ਸੋ ਇਹ ਸ਼ਰਤ ਹੈਗੀ ਹੈ। ਬਟ ਇਫ ਯੂ ਫੇਲ without more speech, my lord, you must be gone from hence immediately. Immediately means at once, hence means here. So if you fail, then you will have to leave this place without any further speech, कि फिर तेरे तो कुछ भी कहन दा हकदार नहीं होएगा। If you fail to choose the right casket, फिर तो बिना मेरे नाल ये शर्त हैगी कि फिर बिना मेरे नाल गल कीते you will have to leave this place immediately. Aragon, I am enjoined by oath to observe 3 things. So फिर Aragon भी की दसदा है कि मैं हुनी जिहड़ी सौगंध चक के आया, जिहड़ी मैं ओथ चक के आया, वो मैनू उन्हां नाल I am bound to observe these 3 things, कि वो 3 चीज़ां बारे मैं सौं चक के आया। और वो किहड़ियां हैगियां? फर्स्ट, never to unfold to anyone which casket it was I chose. सो कहता कि पहली शर्त की मैं पहली सौगंध की खाधी है, पहली ओथ मैं की लई है उत्थे, कि आई विल नैवर टेल एनी वन विच कास्केट आई चूज, कि पहला तो मैनू ओथ की चकनी पई है। सो ये शर्त हैगी है जिहड़ी कि हर किसी नूं पूरी करनी पैंदी है बिफोर अटैम्पटिंग टू चूज द राइट कास्केट, कि पहला उस कॉम्पीटिशन हिस्सा लैन तो पहला सबनों ही ये सौं खानियां पैंदियां। सो पहली शर्त की है कि he will never tell anyone which casket he chose. Next, if I fail of the right casket, never in my life to woo a maid in way of marriage. और second शर्त की हैगी है, the next condition is, or the next oath that I took was that if I fail, then I would never speak to any other woman by way of marriage. I will never propose to any other woman. So I will never propose marriage to any other woman. So ये दूजी सौं हैगी जिहड़ी कि हर एक नूं चकनी पैंदी है। Lastly, if I do fail in fortune of my choice, immediately to leave you and be gone. और तीसरी कसम जिहड़ी कि प्रिंस ऑफ एरागन ने खाधी और सबनों ही जिहड़ी सौं खानी पैंदी है, जिहड़ी oath, they all have to take this oath. The third oath is that if he fails to choose the right casket, then he will immediately leave the place and he will be gone from Belmont. So ये तीनों सौहां चकनियां पैंदियां whosoever comes. So now can you guess कि क्यों हो रखियां हुई नैचुरली, क्यों ये सौं रखियां हुई? क्योंकि फर्स्ट जिहड़ी कंडीशन है, फर्स्ट जिहड़ी ओथ है वो की हैगी है कि मैं किसी नूं नहीं दसूंगा। सो नैचुरली देर आर ओनली 3 कास्केट्स। सो जे आके हर कोई रौला पा देगा कि जे सपोज प्रिंस ऑफ मोरक्को आके कह दिंदा दैट आई चोज द गोल्डन कास्केट एंड इट वॉज द रॉन्ग चॉइस, फिर रह गई 2, फिर जे भी जाके दस दूगा कि मैं फलानी चुनी, तो फिर की हो गया, द सीक्रेट विल बी आउट। सो इस करके उन्होंने 3 शर्तां रखियां हैं। और दूसरी की हैगी है कि किसी होर नाल भी नहीं शादी करनी। तीसरी की है कि पोर्शिया नाल तो बिल्कुल गल ही नहीं करनी जे गलत तुसी चूज़ कर लें। सो ये क्यों इन्नियां स्ट्रिक्ट कंडीशनस रखियां हुई हैं, क्यों इन्नियां वाई सच स्ट्रिंजेंट कंडीशनस आर इन प्लेस? वाई? क्योंकि जे शर्तां ना होन फिर की होगा, फिर तो जना खना तुरया होगा, फिर एवरी अदर बॉय और एवरी अदर मैन विल कम देयर टू ट्राई हिज लक। सो इस करके इन्नियां स्ट्रिक्ट कंडीशनस, इन्नियां सख्त कंडीशनस रखियां गई हैं ताकि ओनली very serious people, only the people who are very serious, who have the seriousness to get married to Portia, only they should be, जिन्हां दियां serious intentions हैगियां, only they should attempt to choose the casket. क्लियर? सो इस करके भी शर्तां रखियां हुई हैं। सो हुण नैक्सट देखो पोर्शिया। टू दीज इंजंक्शनस एवरीवन डॉथ स्वीयर। सो मैं पोर्शिया भी की कहती है कि शर्तां सिर्फ तैनूं ही नहीं रखियां गई, या ये जिहड़ी ओथ है
only you did not have to take these oaths. हर कोई जिहड़ा भी आंदा है ਉਹਨੂੰ ਕੀ ਕਰਨਾ ਪੈਂਦਾ, he has to swear, he has to take this oath, he has to take these three oaths. ਉਹਨਾਂ ਤਿੰਨਾਂ ਨੂੰ ਇਹ ਸੌਹਾਂ ਚੱਕਣੀਆਂ ਪੈਂਦੀਆਂ, that comes to hazard for my worthless self. ਸੋ ਜਿਹੜਾ ਵੀ ਕੋਈ ਵਿਅਕਤੀ ਰਿਸਕ ਚੱਕਦਾ ਹੈਗਾ, ਜਿਹੜਾ ਕਿ ਰਿਸਕ ਲੈਂਦਾ ਹੈਗਾ, any person who takes the risk of participation in that contest, clear, ਉਹ contest ਕਿਹਦੇ ਵਾਸਤੇ ਹੈਗਾ, it is for my worthless self. worthless ਦਾ ਮਤਲਬ ਕੀ ਹੁੰਦਾ, ਜਿਹਦੀ ਕਿ ਕੋਈ ਕੀਮਤ ਨਹੀਂ ਹੈ। ਸੋ ਕਹਿੰਦੀ ਹੈ ਕਿ ਮੈਂ ਹੈ ਹਾਂ ਕਿ I am worthless, clear. ਸੋ ਇਹਦੇ ਤੋਂ ਕੀ ਪਤਾ ਲੱਗਦਾ, how humble she is, ਕਿ ਮੈਂ ਹੈ ਤਾਂ ਕੀ ਹਾਂ, ਮੈਂ ਕਿਸੇ ਕਾਬਿਲ ਵੀ ਨਹੀਂ ਹਾਂ, ਪਰ ਫਿਰ ਵੀ ਜੋ ਵੀ ਕੋਈ ਵਿਅਕਤੀ ਆਉਂਦਾ ਹੈਗਾ ਉਹਨੂੰ ਕੀ ਕਰਨਾ ਪੈਂਦਾ, he has to take these oaths. So to these injunctions everyone doth swear that comes to hazard for my worthless self. So ਕਹਿੰਦੀ ਹਰ ਇੱਕ ਨੂੰ ਹੀ ਬੇਸ਼ੱਕ ਹੈ ਤਾਂ ਮੈਂ ਕਿਸੇ ਕਾਬਿਲ ਨਹੀਂ ਹਾਂ, ਪਰ ਇਹ ਸ਼ਰਤਾਂ ਰੱਖੀਆਂ ਗਈਆਂ ਕਿ ਜਿਹੜਾ ਵੀ ਕੋਈ ਰਿਸਕ ਲੈਂਦਾ ਹੈ, ਕਿਉਂਕਿ ਰਿਸਕ ਹੀ ਹੈਗਾ, ਵਾਈ ਇਜ਼ ਇਟ ਰਿਸਕੀ ਟੂ ਟੇਕ ਪਾਰਟ ਇਨ ਦੈਟ ਕੰਟੈਸਟ, ਕਿਉਂਕਿ ਉਸ ਤੋਂ ਬਾਅਦ ਫਿਰ ਉਹ ਕਿਸੇ ਨਾਲ ਵੀ ਹੋਰ ਸ਼ਾਦੀ ਨਹੀਂ ਕਰ ਸਕਦੇ। ਸੋ ਇਟ ਇਜ਼ ਕੁਆਇਟ ਅ ਰਿਸਕ। ਸੋ ਕਹਿੰਦੀ ਹੈ ਤਾਂ ਹਰ ਇੱਕ ਨੂੰ ਇਹ ਸੌਂ ਚੱਕਣੀਆਂ ਪੈਂਦੀਆਂ। ਸੋ ਐਰਾਗਨ ਐਂਡ ਸੋ ਹੈਵ ਆਈ ਐਡਰੈਸਡ ਮੀ। ਸੋ ਫਿਰ ਉਹ ਕੀ ਕਹਿੰਦਾ ਕਿ ਹਾਂ ਮੈਂ ਵੀ ਇਹ ਸੌਂ ਚੱਕੀ ਹੈਗੀ ਐਂਡ ਸੋ ਹੈਵ ਆਈ ਐਡਰੈਸਡ ਮੀ ਫੋਰਚੂਨ ਨਾਓ। ਸੋ ਕਹਿੰਦਾ ਕਿ ਹੁਣ ਲੱਕ ਅੱਗੇ ਦੱਸੇਗੀ ਕਿ ਮੈਂ ਇਹਦੇ ਵਿੱਚ ਸਕਸੈਸਫੁਲ ਹੁੰਦਾ ਹੈ ਕਿ ਨਹੀਂ ਹੁੰਦਾ। ਸੋ ਫੋਰਚੂਨ ਨਾਓ ਟੂ ਮਾਈ ਹਾਰਟਸ ਹੋਪ। ਸੋ ਹੁਣ ਲੱਕ ਹੀ ਦੱਸੇਗੀ ਕਿ ਵੈਦਰ ਮਾਈ ਹਾਰਟਸ ਹੋਪ ਇਜ਼ ਫੁਲਫਿਲਡ ਔਰ ਨੋਟ, ਕਿ ਮੇਰੀ ਜਿਹੜੀ ਮਨ ਦੀ ਮੁਰਾਦ ਹੈ ਉਹ ਪੂਰੀ ਹੁੰਦੀ ਹੈ ਕਿ ਨਹੀਂ। ਗੋਲਡ ਸਿਲਵਰ ਐਂਡ ਬੇਸ ਲੈਡ। ਸੋ ਹੁਣ ਉਹ ਤਿੰਨੋਂ ਦੇਖ ਰਿਹਾ ਹੈਗਾ ਕਿ ਇੱਕ ਜਿਹੜਾ ਕਾਸਕੇਟ ਆ ਉਹ ਕਾਹਦਾ ਹੈਗਾ, ਗੋਲਡ ਦਾ ਹੈ, ਇੱਕ ਕਾਹਦਾ ਹੈਗਾ ਸਿਲਵਰ ਦਾ ਹੈਗਾ, ਔਰ ਇੱਕ ਕੀ ਹੈਗਾ ਬੇਸ ਲੈਡ। ਬੇਸ ਮੀਨਸ ਇਨਫੀਰੀਅਰ ਲੈਡ। ਇੱਕ ਤਾਂ ਗੋਲਡਨ ਕਾਸਕੇਟ ਹੋ ਗਿਆ, ਇੱਕ ਸਿਲਵਰ ਕਾਸਕੇਟ ਹੋ ਗਿਆ, ਔਰ ਇੱਕ ਕੀ ਹੈਗਾ, ਇੱਕ ਤਾਂ ਬੜਾ ਹੀ ਘਟੀਆ ਜਿਹਾ ਮੈਟਲ ਹੈ, ਉਹ ਕੀ ਹੈਗਾ ਲੈਡ। Who chooseth me must give and hazard all he hath. So just as the Prince of Morocco did, Prince of Aragon also starts reading the inscriptions on the three caskets. So ਜਿੱਦਾਂ ਕਿ Prince of Morocco ਨੇ ਕੀਤਾ ਸੀ, ਉੱਦਾਂ ਹੀ Prince of Aragon ਵੀ ਕੀ ਕਰਨਾ ਸ਼ੁਰੂ ਕਰ ਦਿੰਦਾ, ਉਹ ਵੀ ਇਹ ਤਿੰਨੋਂ ਕਾਸਕੇਟਸ ਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਜੋ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਉਹ ਕਿਹਦਾ ਪੜ੍ਹਦਾ ਹੈਗਾ, ਜੋ ਲੈਡ ਦੀ ਕਾਸਕੇਟ ਦੇ ਉੱਪਰ ਵਾਟ ਐਵਰ ਇਜ਼ ਰਿਟਨ। ਹੂ ਚੂਜ਼eth ਮੀ ਮਸਟ ਗਿਵ ਐਂਡ ਹੈਜ਼ਾਰਡ ਆਲ ਹੀ ਹੈਥ। ਸੋ ਕੀ ਕਹਿੰਦਾ ਕਿ ਇਹਦੇ ਉੱਪਰ, ਸੋ ਲੈਡ ਕਾਸਕੇਟ ਦੇ ਉੱਪਰ ਕੀ ਲਿਖਿਆ ਹੈ ਕਿ ਜਿਹੜਾ ਵੀ ਮੈਨੂੰ ਚੁਣੇਗਾ ਉਹਨੂੰ ਆਪਣਾ ਸਭ ਕੁਝ ਹੀ ਪਹਿਲਾਂ ਦਾਅ 'ਤੇ ਲਗਾਉਣਾ ਪਏਗਾ। ਠੀਕ ਹੈ। ਸੋ ਹੂ ਚੂਜ਼eth ਮੀ ਮਸਟ ਗਿਵ ਐਂਡ ਹੈਜ਼ਾਰਡ ਆਲ ਹੀ ਹੈਥ, ਕਿ ਜੋ ਵੀ ਹੈਗਾ ਵਾਟ ਐਵਰ ਹੀ ਹੈਜ਼ ਹੀ ਵਿਲ ਹੈਵ ਟੂ ਫਸਟ ਪੁੱਟ ਇਟ ਐਟ ਰਿਸਕ। ਸਭ ਕੁਝ ਪਹਿਲਾਂ ਦਾਅ 'ਤੇ ਲਗਾਉਣਾ ਪਏਗਾ। ਠੀਕ ਹੈ। ਹੂ ਚੂਜ਼eth ਮੀ ਮਸਟ ਗਿਵ ਐਂਡ ਹੈਜ਼ਾਰਡ ਆਲ ਹੀ ਹੈਥ। ਸੋ ਇਹ ਪੜ੍ਹ ਲਿਆ ਉਹਨੇ। ਫਿਰ ਉਹਨੂੰ ਕੀ ਲੱਗਦਾ, ਨਹੀਂ ਇਹ ਨਹੀਂ ਹੋ ਸਕਦਾ, ਕਿਉਂਕਿ ਕੀ ਕਹਿੰਦਾ ਯੂ ਸ਼ੈਲ ਲੁੱਕ ਫੇਅਰਰ ਆਰ ਆਈ ਗਿਵ ਔਰ ਹੈਜ਼ਾਰਡ। ਸੋ ਕੀ ਕਹਿੰਦਾ ਯੂ ਮੀਨਸ ਕਿਹਨੂੰ, ਕਿਹਦੇ ਨਾਲ ਗੱਲ ਕਰਦਾ ਪਿਆ, ਕਿਹਨੂੰ ਐਡਰੈਸ ਕਰ ਰਿਹਾ, ਲੈਡ ਦੀ ਕਾਸਕੇਟ ਨੂੰ। ਸੋ ਫਿਰ ਲੈਡ ਦੀ ਕਾਸਕੇਟ ਨੂੰ ਕੀ ਕਹਿੰਦਾ ਵੀ ਤੇਰੇ ਵਾਸਤੇ ਮੈਂ ਸਭ ਕੁਝ ਆਪਣੇ ਜੋ ਵੀ ਮੇਰੇ ਕੋਲ ਹੈਗਾ ਮੈਂ ਦਾਅ 'ਤੇ ਲਗਾਊਂਗਾ। ਕਲੀਅਰ ਕਿ ਇਹ ਤਾਂ ਇਹ ਕੀ ਗੱਲ ਹੋਈ। ਸੋ ਕਾਸਕੇਟ ਨੂੰ ਕੀ ਕਹਿੰਦਾ ਕਿ ਤੈਨੂੰ ਪਹਿਲਾਂ ਜ਼ਿਆਦਾ ਵਧੀਆ ਦਿਖਣਾ ਪਏਗਾ, ਕੋਈ ਕੰਮ ਦੀ ਚੀਜ਼ ਹੋਵੇ ਤਾਂ ਮੈਂ ਉਹਦੇ ਪਿੱਛੇ ਸਭ ਕੁਝ ਦਾਅ 'ਤੇ ਲਗਾਵਾਂ। ਸੋ ਕੀ ਕਹਿੰਦਾ ਕਿ ਯੂ ਸ਼ੈਲ ਲੁੱਕ ਫੇਅਰਰ ਆਰ ਮੀਨਸ ਬਿਫੋਰ, ਕਿ ਇਸ ਤੋਂ ਪਹਿਲਾਂ ਕਿ ਮੈਂ ਤੇਰੇ 'ਤੇ ਕੁਛ ਵੀ ਦਾਅ 'ਤੇ ਲਗਾਵਾਂ, ਤੇਰੇ ਵਾਸਤੇ ਕੋਈ ਚੱਜ ਦੀ ਚੀਜ਼ ਤਾਂ ਤੂੰ ਹੋਵੇਂ। ਕਲੀਅਰ ਯੂ ਵਿਲ ਹੈਵ ਟੂ ਲੁੱਕ ਮੋਰ worthy or more beautiful before I place everything that I have at risk for your sake। कि कुछ कोई काम ਦੀ ਚੀਜ਼ ਤਾਂ ਤੂੰ ਹੋਵੇਂ ਜਿਹਦੇ ਪਿੱਛੇ ਮੈਂ ਸਭ ਕੁਝ ਲਗਾਵਾਂ। ਸੋ ਫਿਰ ਕਿਹਨੂੰ ਰਿਜੈਕਟ ਉਹ ਕਰ ਦਿੰਦਾ ਹੈਗਾ, ਲੈਡ ਕਾਸਕੇਟ ਨੂੰ। ਠੀਕ ਹੈ। ਸੋ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਦੇਖੋ ਕਿ
ਪ੍ਰਿੰਸ ਆਫ ਮੋਰੋਕੋ ਨੇ ਵੀ ਇੱਦਾਂ ਦੀ ਗੱਲ ਹੀ ਕੀਤੀ ਸੀ ਤੇ ਪ੍ਰਿੰਸ ਆਫ ਐਰਾਗਨ ਵੀ ਇੱਦਾਂ ਦੀ ਹੀ ਗੱਲ ਕਰ ਰਿਹਾ ਹੈ। ਸੋ ਇਹ ਦੋਨਾਂ ਦੀ ਕੀ ਇੱਥੇ ਕਮੀ ਨਜ਼ਰ ਆ ਰਹੀ ਹੈ ਕਿ ਉਹ ਕਿਸ ਚੀਜ਼ ਦੇ ਪਿੱਛੇ ਜਾ ਰਹੇ ਹੈ। ਬੋਥ ਆਫ ਦੈਮ ਆਰ ਗੋਇੰਗ ਆਫਟਰ ਅਪੀਅਰੈਂਸ, ਕਿ ਦਿਖ ਦੇ ਪਿੱਛੇ ਹੀ ਜਾ ਰਹੇ ਹੈ। ਜਦੋਂ ਕਿ ਜਿਹੜਾ ਵੀ ਕੋਈ ਵਾਈਜ਼ ਵਿਅਕਤੀ ਹੁੰਦਾ ਹੈ, a wise person knows that appearances are not everything, that appearances may be deceptive। ਤੇ ਸੋ ਇੱਕ ਜਿਹੜੀ ਮੇਨ ਬੜੀ ਸਿੰਪਲ ਜੀ ਗੱਲ ਹੈਗੀ ਹੈ ਕਿ ਬਾਹਰਲੀ ਦਿੱਖ ਜਿਹੜੀ ਹੁੰਦੀ ਹੈ ਉਹ ਕਈ ਵਾਰੀ ਬਹੁਤ ਵਧੀਆ ਹੁੰਦੀ ਹੈ ਤੇ ਅੰਦਰ ਇਨਸਾਨ ਕੀ ਹੁੰਦਾ, ਖੋਖਲਾ ਹੁੰਦਾ। ਸੋ ਵੀ ਸ਼ੁੱਡ ਨੈਵਰ ਗੋ ਆਫਟਰ ਦ ਅਪੀਅਰੈਂਸ ਅਲੋਨ। ਤੇ ਸੋ ਇਹ ਮੇਨ ਹੀ ਗਲਤੀ ਦੋਨਾਂ ਨੇ ਕੀਤੀ ਹੈ। ਪਹਿਲਾਂ ਕਿਹਨੇ ਕੀਤੀ? ਪ੍ਰਿੰਸ ਆਫ ਮੋਰੋਕੋ ਨੇ, ਤੇ ਹੁਣ ਕੌਣ ਕਰਦਾ ਪਿਆ? ਪ੍ਰਿੰਸ ਆਫ ਐਰਾਗਨ। ਠੀਕ ਹੈ ਕਿ they do not strive to look what may be inside, ਕਿ ਜ਼ਿਆਦਾ ਇੰਪੋਰਟੈਂਟ ਕੀ ਹੁੰਦਾ ਕਿ ਜੋ ਵੀ ਇਨਸਾਨ ਦੇ ਅੰਦਰ ਹੈ, ਪਰ ਇਹ ਸਿਰਫ ਕਿਹਦੇ ਪਿੱਛੇ ਜਾ ਰਹੇ? ਬਾਹਰਲੀ ਦਿੱਖ ਦੇ ਪਿੱਛੇ ਜਾ ਰਹੇ। ਇਹ ਜਿੱਦਾਂ ਕਿ ਹਰ ਚਮਕਦੀ ਚੀਜ਼ ਨੂੰ ਸੋਨਾ ਸਮਝ ਲੈਣਾ। ਸੋ ਨਾਓ ਆਈ ਵਿਲ ਮੇਕ ਐਨ ਐਂਡ, ਔਰ ਇਹਨੂੰ ਹੀ ਮੈਂ ਅੱਗੇ ਕਰੂੰਗੀ। ਐਂਡ ਲਿਸਨ ਟੂ ਇਟ very carefully, try to understand it. So now I make an end here.